ਇਹਦੇ ਅੰਦਰ ਜੋ ਚਿੰਤਨ ਚੱਲਦਾ ਰਹਿੰਦਾ, ਯਾਦਾਂ ਚੱਲਦੀਆਂ, ਜਿਸ ਦੀਆਂ ਯਾਦਾਂ ਚੱਲਦੀਆਂ ਰਹਿੰਦੀਆਂ, ਬਾਰ-ਬਾਰ ਚੱਲਦੀਆਂ ਰਹਿੰਦੀਆਂ, ਮਨੁੱਖ ਉਹੀ ਕੁਛ ਹੈ। ਔਰ ਮਨੁੱਖ ਨੂੰ ਜਿਸ ਤੇ ਮਾਣ ਹੈ, ਬਸ ਮਨੁੱਖ ਉਹੀ ਕੁਛ ਹੈ। ਕਈ ਦਫਾ ਮਨੁੱਖ ਦੀ ਸੋਚ ਤੇ ਕੁਝ ਹੋਰ ਚੱਲਦੀ ਪਈ ਆਉਂਦੀ ਹੈ, ਕਰਦਾ ਕੁਛ ਹੋਰ ਪਿਆ ਹੁੰਦਾ ਹੈ। ਵਿਚਾਰ ਦੇ ਅੰਦਰ ਕੁਝ ਹੋਰ ਚੱਲਦੇ ਪਏ ਆਉਂਦੇ ਨੇ, ਲੇਕਿਨ ਕਿਰਦਾਰ ਕੁਝ ਹੋਰ ਪ੍ਰਗਟ ਕਰ ਰਿਹਾ ਹੁੰਦਾ ਹੈ। ਅੰਦਰ ਚਿੰਤਨ ਯਾਦਾਂ ਤੇ ਕੁਝ ਹੋਰ ਚੱਲ ਰਹੀਆਂ ਹੁੰਦੀਆਂ ਨੇ, ਭਾਵੇਂ ਬੈਠਾ ਗੁਰਦੁਆਰੇ 'ਚ ਹੋਵੇ, ਨਮਾਜ਼ ਪੜ੍ਹ ਰਿਹਾ ਹੋਵੇ, ਪੂਜਾ ਪਾਠ ਕਰ ਰਿਹਾ ਹੋਵੇ। ਮਨੁੱਖ ਜੋ ਕੁਝ ਦਿਖਾਈ ਦੇ ਰਿਹਾ ਹੈ ਉਹ ਨਹੀਂ ਹੈ। ਮਨੁੱਖ ਜੋ ਕੁਝ ਸੋਚਦਾ ਰਹਿੰਦਾ ਹੈ, ਮਨੁੱਖ ਉਹੀ ਕੁਝ ਹੈ। ਮਨੁੱਖ ਜੋ ਕੁਝ ਕਰਦਾ ਰਹਿੰਦਾ ਹੈ, ਮਨੁੱਖ ਉਹ ਨਹੀਂ ਹੈ। ਮਨੁੱਖ ਦੇ ਅੰਦਰ ਜਿਹੜੇ ਵਿਚਾਰ ਚੱਲਦੇ ਰਹਿੰਦੇ ਨੇ, ਮਨੁੱਖ ਉਹੀ ਕੁਝ ਹੈ। ਮਨੁੱਖ ਜੈਸਾ ਦਿਖਾਈ ਦਿੰਦਾ ਹੈ, ਧਰਮ ਕਹਿੰਦਾ ਹੈ, ਵੈਸਾ ਮਨੁੱਖ ਨਹੀਂ ਹੈ। ਜਿਹੜੀਆਂ ਯਾਦਾਂ ਮਨੁੱਖ ਦੇ ਅੰਦਰ ਚੱਲਦੀਆਂ ਰਹਿੰਦੀਆਂ, ਜਿਹੜੀਆਂ ਯਾਦਾਂ ਇਸ ਨੂੰ ਪ੍ਰਭਾਵਿਤ ਕਰਦੀਆਂ ਨੇ, ਮਨੁੱਖ ਉਹੀ ਕੁਝ ਹੈ। ਜਿਸ ਨੂੰ ਬਾਰ-ਬਾਰ ਸੋਚਦਾ ਹੈ, ਜਿਸ ਦੇ ਬਾਰ-ਬਾਰ ਵਿਚਾਰ ਚੱਲਦੇ ਨੇ, ਸਮਝ ਚੱਲਦੀ ਹੈ, ਫਿਰ ਉਹ ਚਿੰਤਨ ਦਾ ਹਿੱਸਾ ਬਣ ਜਾਂਦਾ ਹੈ, ਯਾਦ ਦਾ ਹਿੱਸਾ ਬਣ ਜਾਂਦਾ ਹੈ। ਇਹੀ ਯਾਦ ਚਾਰ ਰੂਪ ਧਾਰਨ ਕਰਦੀ ਹੈ: ਸਨੇਹ, ਪ੍ਰੇਮ, ਸ਼ਰਧਾ, ਭਗਤੀ। ਆਂਤਰਿਕ ਖੇਡ ਹੈ, ਧਰਮ ਅੰਦਰ ਦੀ ਖੇਡ ਹੈ। ਬਾਹਰੋਂ ਧਾਰਮਿਕ ਦਿਖਾਈ ਦੇ ਜਾਣਾ ਕੋਈ ਬਹੁਤ ਵੱਡੀ ਗੱਲ ਨਹੀਂ, ਬਥੇਰੇ ਦੁਨੀਆ ਧਾਰਮਿਕ ਦਿਖਾਈ ਦਿੰਦੀ ਹੈ, ਪਰ ਮਾਨਸਿਕ ਤਲ ਤੇ ਧਾਰਮਿਕ ਹੋ ਜਾਣਾ ਬੜੀ ਸਾਧਨਾ ਹੈ, ਬੜੀ ਤਪੱਸਿਆ ਹੈ, ਬੜੀ ਮਿਹਨਤ ਹੈ, ਬੜੀ ਕਰੜੀ ਮਿਹਨਤ ਹੈ। ਜ਼ਰੂਰੀ ਨਹੀਂ ਜੋ ਧਾਰਮਿਕ ਦਿਖਾਈ ਦੇ ਰਹੇ ਨੇ ਇਹ ਧਾਰਮਿਕ ਹੋਵਨ, ਦਿਖਾਈ ਦੇ ਰਹੇ ਨੇ। ਮੈਂ ਇੱਕ ਦਫਾ ਫਿਰ ਦੁਹਰਾਵਾਂ ਤੇ ਮੈਂ ਖੁਲਾਸਾ ਕਰਾਂ, ਮਨੁੱਖ ਜੋ ਕੁਝ ਦਿਖਾਈ ਦੇ ਰਿਹਾ ਹੈ, ਮਨੁੱਖ ਉਹ ਨਹੀਂ ਹੈ। ਮਨੁੱਖ ਜੋ ਕੁਝ ਸੋਚਦਾ ਰਹਿੰਦਾ ਹੈ, ਮਨੁੱਖ ਉਹੀ ਕੁਝ ਹੈ। ਮਨੁੱਖ ਉਹੀ ਕੁਝ ਹੈ। ਸੋਚਣੀ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ, ਵਿਚਾਰ ਬੰਦੇ ਨੂੰ ਬਹੁਤ ਪ੍ਰਭਾਵਿਤ ਕਰਦੇ ਨੇ, ਯਾਦਾਂ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੀਆਂ ਨੇ। ਔਰ ਮਨ ਦੇ ਤਲ ਤੇ ਮਨੁੱਖ ਬਿਲਕੁਲ ਸੁਤੰਤਰ ਹੈ। ਗੁਰਦੁਆਰੇ 'ਚ ਬੈਠ ਕੇ ਵੀ ਬੁਰਾ ਸੋਚ ਸਕਦਾ ਹੈ, ਕਿਸੇ ਨੂੰ ਕੁਝ ਨਹੀਂ ਪਤਾ। ਗੁਰਦੁਆਰੇ 'ਚ ਬੈਠ ਕੇ ਬੁਰੀਆਂ ਯਾਦਾਂ ਅੰਦਰ ਚਲਾ ਸਕਦਾ ਹੈ, ਕਿਸੇ ਨੂੰ ਕੁਝ ਨਹੀਂ ਪਤਾ। ਕਿਸੇ ਧਾਰਮਿਕ ਸਥਲ ਦੇ 'ਚ ਬੈਠ ਕੇ, ਮੰਦਿਰ ਦੇ 'ਚ ਬੈਠ ਕੇ, ਮਸਜਿਦ ਦੇ 'ਚ ਬੈਠ ਕੇ ਵੀ ਮਾੜੇ ਵਿਚਾਰ ਮਨੁੱਖ ਆਪਣੇ ਅੰਦਰ ਚਲਾ ਸਕਦਾ ਹੈ, ਕਿਸੇ ਨੂੰ ਕੁਝ ਨਹੀਂ ਪਤਾ। ਸਿਰਫ ਪਰਮਾਤਮਾ ਨੂੰ ਪਤਾ ਹੈ, ਉਹਦੀ ਪਹੁੰਚ ਸਾਡੇ ਮਨ ਤੱਕ ਹੈ। ਅਗਰ ਮਨੁੱਖ ਪਰਮਾਤਮਾ ਨੂੰ ਮੰਨਦਾ ਨਾ ਹੋਵੇ ਤੇ ਨਾਸਤਿਕ ਨਾ ਹੋਵੇ, ਨਾਸਤਿਕ ਹੋਵੇ, ਫਿਰ ਐਸੇ ਮਨੁੱਖ ਦਾ ਮਾੜੇ ਵਿਚਾਰਾਂ ਨੂੰ ਰੋਕਣਾ, ਮਾੜੀਆਂ ਯਾਦਾਂ ਨੂੰ ਰੋਕਣਾ ਬੜਾ ਔਖਾ ਹੋ ਜਾਏਗਾ, ਕਿਉਂਕਿ ਕਾਨੂੰਨ ਦੀ ਤੇ ਅੰਦਰ ਤੱਕ ਪਹੁੰਚ ਹੈ ਨਹੀਂ, ਸਮਾਜ ਦੀ ਤੇ ਅੰਦਰ ਤੱਕ ਪਹੁੰਚ ਹੈ ਹੀ ਨਹੀਂ। ਕਿਸੇ ਨੂੰ ਕੀ ਪਤਾ ਮੇਰੇ ਅੰਦਰ ਕੀ ਵਿਚਾਰ ਚੱਲਦੇ ਪਏ ਨੇ। ਅੰਦਰ ਤੱਕ ਪਹੁੰਚ ਸਿਰਫ ਪਰਮਾਤਮਾ ਦੀ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ, ਅੰਤਰਯਾਮੀ। ਭਾਈ ਗੁਰਦਾਸ ਇੱਕ ਪੰਕਤੀ ਵਿੱਚ ਕਹਿੰਦੇ ਨੇ, ਅੰਤਰ ਜਾਮੇ ਸੁਨ ਕੰਪਤ ਹੂੰ ਅੰਤਰਗਤ। हे ਪ੍ਰਭੂ, ਮੈਂ ਤੇ ਕੰਬ ਜਾਣਾ, ਜਦ ਪਤਾ ਚੱਲਦਾ ਤੂੰ ਤੇ ਅੰਦਰ ਵੇਖਦਾ। ਤੇਰੀ ਪਹੁੰਚ ਤੇ ਸਾਡੀ ਸੋਚਣੀ ਤੱਕ ਅਸੀਂ ਕੀ ਸੋਚਦੇ ਰਹਿੰਦੇ ਹਾਂ, ਤੇਰੀ ਪਹੁੰਚ ਤੇ ਸਾਡੇ ਵਿਚਾਰਾਂ ਤੱਕ ਹੈ।
ਪਤਾ ਹੈ ਮਨੋਚਿੰਤਕ ਕੀ ਕਹਿੰਦੇ ਨੇ ਮਨੋਵਿਗਿਆਨਕ, ਅਗਰ ਮਨੁੱਖ ਦੀ ਕਿਧਰੇ ਮਨੁੱਖ ਦੇ ਮਨ ਤੱਕ ਵੀ ਪਹੁੰਚ ਹੋਵੇ, ਦੁਨੀਆ ਵਿੱਚ ਮਿੱਤਰਤਾ ਭੰਗ ਹੋ ਜਾਏਗੀ, ਰਿਸ਼ਤੇਦਾਰੀ ਵੀ ਟੁੱਟ ਜਾਏਗੀ, ਕੁਝ ਵੀ ਨਹੀਂ ਰਹੇਗਾ। ਐਸਾ ਕਿਹੜਾ ਮਨੁੱਖ ਹੈ ਜਿਸ ਦੇ ਅੰਦਰ ਕਿਸੇ ਵਕਤ ਮਾੜੇ ਵਿਚਾਰ ਨਾ ਚੱਲਦੇ ਹੋ, ਗਲਤ ਨਾ ਸੋਚਦਾ ਹੋਵੇ, ਗਲਤ ਯਾਦਾਂ ਨਾ ਚਲਦੀਆਂ ਹੋਣ। ਮਨੋਚਿੰਤਕ ਤੇ ਕਹਿੰਦੇ ਨੇ ਜਿਸ ਨਾਲ ਬਹੁਤ ਪਿਆਰ ਹੈ, ਮਿੱਤਰ ਹੈ, ਉਹਦੇ ਬਾਰੇ ਵੀ ਕਦੀ ਮਾੜੀ ਸੋਚ ਨਹੀਂ ਚੱਲ ਸਕਦੀ ਹੈ। ਗਲਤ ਵਿਚਾਰ ਭਰਾ ਬਾਰੇ ਵੀ ਚੱਲ ਸਕਦੇ ਨੇ, ਗਲਤ ਸੋਚਣੀ ਪਤਨੀ ਬਾਰੇ ਵੀ ਚੱਲ ਸਕਦੀ ਹੈ, ਪਤੀ ਬਾਰੇ ਵੀ ਚੱਲ ਸਕਦੀ ਹੈ, ਬੱਚਿਆਂ ਬਾਰੇ ਵੀ ਚੱਲ ਸਕਦੀ ਹੈ। ਸੋਚਣੀ ਦੇ ਤਲ ਤੇ ਮਨੁੱਖ ਆਜ਼ਾਦ ਹੈ। ਜਿਸ ਬਾਰੇ ਬੁਰਾ ਸੋਚ ਰਿਹਾ ਉਹ ਨਹੀਂ ਵੇਖ ਸਕਦਾ, ਜਿਸ ਬਾਰੇ ਬੁਰੇ ਵਿਚਾਰ ਇਸ ਦੇ ਅੰਦਰ ਚੱਲ ਰਹੇ ਨੇ ਉਹ ਨਹੀਂ ਦੇਖ ਸਕਦਾ, ਦੇਖ ਹੀ ਨਹੀਂ ਸਕਦਾ, ਕੋਲ ਬੈਠਾ ਹੋਵੇ ਭਾਵੇਂ। तो मन दे तल ते मनुख बिल्कुल सुतंत्र है, आजाद है। हाँ, मन ते निगाह परमात्मा दी, क्योंकि वो व्यापक है तो उदा वेखना भी व्यापक है, वो व्यापक है, उदा सुनना भी व्यापक है। देखत सुनत सदा है संगे, मैं मूर्ख जानिया दूरी रे। हर वक्त कोई मनुख किसी नूं नहीं देख सकता, कोई बच्चे हर वक्त मां बाप की निगाह थले नहीं आते, भरा की निगाह थले हर वक्त भरा नहीं आता, पति की निगाह के थले हर वक्त पत्नी नहीं आती, और पत्नी की निगाह के थले हर वक्त पति नहीं आता। पर सारे संसार के जीव परमात्मा की निगाह के थले ने, और हर वक्त सब कुछ उसकी निगाह के थले। देखत सुनत सदा है संगे, मैं मूर्ख जानिया दूरी रे। सब तो वड्डी सियाणप है, अकलमंदी है, नेड़े करके जानदा है। परमात्मा नेड़े है, देख रहे है, मैनू सुन रहे है। ये सब तो वड्डी अकलमंदी है, ये सब तो वड्डी दानिशमंदी है, और ये सब तो वड्डी मूर्खता है कि रब किथे देखदा पिया। कानून दी ते पहुंच है कोई नहीं, समाज ते देखदा नहीं पिया ते रब नूं मनदा नहीं, वो किथे देखदा है। जो कुछ करना है कर। महाराज कहते हैं प्रभ सब किछ जाने जिन तो किया। तू जो सोचदा रहना है सब कुछ प्रभु नूं पता। नहीं पता होवेगा कानून नूं तो बच गया होवेगा, नहीं पता समाज नूं तेरी इज्जत मान मर्यादा बनी हुई है, लेकिन प्रभु नूं ते पता। परमात्मा दे बेशुमार गुणां दे चों एक गुण है कि वो वेख के अणडिठ करदा है। दोखन देखत हैं पर देख ना हारे। वो अपना हथ नहीं रोकदा भी इतना बुरा सोचदा रहिंदा, इहदे अंदर इतने बुरे विचार चलदे रहिंदे ने, इतने बुरे ख्यालां दा ये मालक, इहदी इतनी बुरी सोचनी, लेकिन फिर भी परमात्मा अपने हथ नहीं रोकदा। दोखन देखत हैं, देखदा पिया, पड़ोसी वेखदा भी नहीं ते ढंडोरा पिटदा, फलाना तो इंज है इंज है। देखिया भी कख नहीं, ढंडोरा पिटी जा रहा है। अज तक संसार का भ्रमण करदे आया एक अंदाजे नाल मैं कह सकदा सैकड़े मनुख मैनू ऐसे मिले होणगे जिन्हां ने कहा ज्ञानी जी थानू फलाने बारे पता है, बड़ा अनर्थ कीता है उसने। मैं कहा तू देखिया? कहंदा देखिया ते नहीं सुनिया। सुनिया सुनिया करीबन 99% मैनू वो मिले ने, जद मैं पूछया तू देखिया? कहंदा नहीं सुनिया।
फिर किसी होर ने भी ये गल कही तो भी तू देखिया नहीं, कहंदा सुने, सिर्फ सुने, देखिया भी नहीं, ढंडोरा पिट रहा है। परमात्मा देखदे होया भी खामोश, खामोश। दोखन देखत है पर देत ना हारे। इस वास्ते असी अरदास विच ये शब्द ऐड कर दिते, जिन्ना वेख के अणडिठ कीता। महान वेख के अणडिठ करना ये परमात्मा वाला सुभाव है, ईश्वर वाला सुभाव है। वेख के अणडिठ कर सकता है कोई स्नेह दे च, कोई प्रेम दे च, उंज नहीं कर सकता। गलतियां ते देखियां ने बच्चे दियां, पर मां पड़दा पांदी है, छुपांदी है, किसी होर नूं ना पता चले। स्नेह, स्नेह। भुलां ते देखियां ने, कुछ अनर्थ ते देखिया है, भरा दा मित्र दा, पर मित्र छुपांदा है, पड़दा पांदा है। भरा छुपांदा है, पड़दा पांदा है, प्यार है। आम हालत विच मनुख वेखदा भी नहीं, ढंडोरा पिटदा है। एक प्यार ही इस वास्ते इसनूं कह दिता गया रब वर्गा ही है। प्यार वेखदा भी है तो खामोश हो जाता है, नजरअंदाज कर देता है। और एक हकीकत है, मीरा ते साफ कहंदी है, हे प्रभु जे तू मेरे औगण गिणन लग पवे फिर ते तेरा मिलना कदी हो ही नहीं सकता, हो ही नहीं सकता। प्रभु जो हमरे दोख मत हृदय दारो। हे प्रभु तेरे सुभाव का पता है, तू मेरे दोखा नूं नहीं देखेगा, न हृदय विच धारण करेगा। कलगीधर पातशाह ते कहंदे ने, ऐसा सुभाव केवल परमात्मा का है, दोखन देखत हैं पर देत ना हारे। देखदा है। ये अवस्था मनुख दी बन सकती है जिस दिन सारे संसार नाल प्यार हो जाए, ते सारे संसार नाल प्यार उसे नूं भगती कहंदे ने, प्रेमा भगती। परमात्मा नाल प्यार, सारे संसार नाल प्यार। पूर्ण प्रेम प्रतीत सजे ब्रत गोड़, मड़ी मठ भूल न मान। पूर्ण प्रेम जिहदी सारी पूर्णता आ गई, परमात्मा आ गया, इसनूं भगती कहंदे ने। जिस दिन मनुख भगत हो जाता है, उसकी अवस्था की बन जाती है। धन गुरु नानक देव जी महाराज प्रमाण करते हैं, हम नहीं चंगे बुरा नहीं कोई, प्रणवत नानक तारे सोए। साडा कोई दावा नहीं कि मैं चंगा, मेरा कोई कहना नहीं कि कोई बुरा है, कोई बुरा है। मैं चंगा हाँ, मैं चंगा हाँ, भगत दा ये दावा ही खत्म हो जाता है। कोई बुरा है, कोई बुरा है, ऐसा भगत दा कहना ही खत्म हो जाता है। ये भगत दी पहचान और हकीकत है। परमात्मा की दृष्टि च कोई बुरा भला नहीं है। गन्ने दे च रस पा दिता है परमात्मा ने, अमृत है। संतरे दा रस, अंगूरां दा रस अमृत है। और इस अमृत नूं मनुख चाहे तो जहर बना सकता है, शराब बना लेगी। रस ते मिठा सी, अंगूरां दा कौड़ा हो गया। रस ते स्वादिष्ट सी, मिठा सी, संतरे दा कौड़ा हो गया। रस ते मिठा सी, गन्ने दा कौड़ा हो गया। मिठे नूं मनुख कौड़ा कर सकता है, अमृत नूं मनुख जहर बना सकता है। मनुख कोल ये तौफीक है, शराब नूं ही देख लो। मनुख ने मिठे नूं कौड़ा कर दिता है, तरका के।
ਤੇ ਜੇ ਅੰਮ੍ਰਿਤ ਨੂੰ ਮਨੁੱਖ ਜ਼ਹਿਰ ਬਣਾ ਸਕਦਾ ਹੈ ਤਾਂ ਮਨੁੱਖ ਦੇ ਕੋਲ ਇੱਕ ਤੌਫੀਕ ਹੈ, ਜ਼ਹਿਰ ਨੂੰ ਵੀ ਅੰਮ੍ਰਿਤ ਬਣਾ ਸਕਦਾ ਹੈ। ਸੰਖਿਆ ਜ਼ਹਿਰ ਹੀ ਆਉਂਦੀ ਹੈ। ਹਕੀਮ ਵੈਦ ਇਹਨੂੰ ਮਾਰ ਕੇ ਇਸ ਦਾ ਕੁਸ਼ਤਾ ਬਣਾ ਲੈਂਦੇ ਨੇ, ਅੰਮ੍ਰਿਤ ਹੋ ਗਈ, ਅੰਮ੍ਰਿਤ ਹੋ ਗਈ। ਇਕਬਾਲ ਇਸ ਨੂੰ ਬੜੇ ਸੋਹਣੇ ਢੰਗ ਨਾਲ ਬਿਆਨ ਕਰਦੇ ਨੇ, ਜੋ ਜ਼ਹਿਰੇ ਹਲਾ ਹਲ ਹੈ ਵਹੀ ਅੰਮ੍ਰਿਤ ਹੈ ਨਾਦਾਂ, ਮਾਲੂਮ ਨਹੀਂ ਤੁਝਕੋ ਅੰਦਾਜ਼ ਹੈ ਪੀਣੇ ਕੇ। ਇਹ ਤੇ ਪੀਣ ਦਾ ਢੰਗ ਹੈ, ਜੇ ਤੈਨੂੰ ਆ ਜਾਏ ਅੰਮ੍ਰਿਤ ਹੈ, ਤੇ ਜੇ ਪੀਣ ਦਾ ਢੰਗ ਨਹੀਂ ਆਇਆ ਤਾਂ ਜ਼ਹਿਰ ਹੈ। ਜੇ ਜੀਣ ਦਾ ਢੰਗ ਆ ਗਿਆ ਤਾਂ ਜ਼ਿੰਦਗੀ ਅੰਮ੍ਰਿਤ ਹੈ, ਜੇ ਜੀਣ ਦਾ ਢੰਗ ਨਹੀਂ ਆਇਆ ਤਾਂ ਜ਼ਿੰਦਗੀ ਹੀ ਜ਼ਹਿਰ ਹੈ। ਜੇ ਰਹਿਣ ਦਾ ਤੈਨੂੰ ਢੰਗ ਆ ਗਿਆ, ਸਾਰਾ ਸੰਸਾਰ ਅੰਮ੍ਰਿਤ ਹੈ, ਨਿਰੰਕਾਰ ਦਾ ਰੂਪ ਹੈ। ਜੇ ਤੈਨੂੰ ਰਹਿਣ ਦਾ ਢੰਗ ਨਹੀਂ ਆਇਆ, ਸਾਰਾ ਸੰਸਾਰ ਜ਼ਹਿਰ ਹੈ। ਇਹ ਤੇਰੇ ਤੇ ਮੁਨੱਸਰ ਹੈ, ਤੂੰ ਜ਼ਹਿਰ ਦੇ ਚ ਜੀਉਣਾ ਹੈ ਕਿ ਅੰਮ੍ਰਿਤ ਦੇ ਚ ਜੀਉਣਾ। सत्संग इस वास्ते है, और आज तक बड़े बड़े अवतारी पुरुष महज इसलिए आए कि मनुख चुनाव ठीक कर सके, मनुख चोण ठीक कर सके। अक्सर मनुख चुनाव गलत कर लेंदा है, जिंदगी सारी गलत हो जाती है। जितने जिंदगी ਦੀ ਤਾਰੀਕੀ ਹੋਵੇਗੀ, ਅਗਿਆਨ ਹੋਵੇਗਾ, ਉਤਨੀ ਹੀ ਜ਼ਿੰਦਗੀ ਜ਼ਹਿਰੀਲੀ ਬਣ ਜਾਏਗੀ। ਫਿਰ ਤਾਰੀਕ ਮਨੁੱਖ ਦਾ ਸੰਬੰਧ ਵੀ ਤਾਰੀਕੀ ਨਾਲ ਹੁੰਦਾ ਹੈ, ਰਾਤ ਨਾਲ ਹੁੰਦਾ ਹੈ। ਅੰਮ੍ਰਿਤ ਵੇਲੇ ਸੁੱਤਾ ਰਹਿ ਜਾਏਗਾ, ਰਾਤ ਦੀ ਤਾਰੀਕੀ ਨੂੰ ਉਜਵਲ ਕਰਕੇ ਜੂਏ ਖਾਨੇ 'ਚ ਬੈਠਾ ਹੋਵੇਗਾ, ਵੈਸ਼ਿਆਲੇ 'ਚ ਬੈਠਾ ਹੋਵੇਗਾ। ਮੰਦਰਾਂ ਦੀ ਰੌਣਕ ਤੇ ਖਤਮ ਹੋ ਗਈ, ਜੂਏ ਖਾਨਿਆਂ ਦੀ ਰੌਣਕ ਵੱਧ ਗਈ। ਮੰਦਰ ਉਸ ਨੂੰ ਕਹਿੰਦੇ ਨੇ ਜਿਸ ਦਾ ਦੁਆਰ ਸਵੇਰੇ ਖੁੱਲਦਾ ਹੈ, ਅੰਮ੍ਰਿਤ ਵੇਲੇ ਖੁੱਲਦਾ ਹੈ, ਜਿੱਥੇ ਸਵੇਰੇ ਘੜਿਆਲ ਵੱਜਦਾ ਹੈ, ਜਿੱਥੇ ਸਵੇਰੇ ਗੁਰਬਾਣੀ ਦੀ ਗੂੰਜ ਉੱਠਦੀ ਹੈ, ਉਹ ਤੇ ਬੇਸ਼ਤਰ ਜਗ੍ਹਾ ਉਂਝ ਹੀ ਬੰਦ ਹੋ ਗਈ। ਪਤਾ ਹੈ ਕਿਉਂ? ਅਰਥ ਸ਼ਾਸਤਰ ਦਾ ਇੱਕ ਨਿਯਮ ਹੈ, ਮਾਰਕੀਟ ਦੀ ਚੀਜ਼ ਬਹੁਤ ਪਈ ਹੈ ਪਰ ਗ੍ਰਾਹਕੀ ਨਹੀਂ ਹੈ, ਕੋਈ ਲੈਣ ਵਾਲਾ ਨਹੀਂ। ਇਹ ਮਾਰਕੀਟ ਵਿੱਚ ਇਹ ਚੀਜ਼ ਕਿੰਨੇ ਚਿਰ ਤੱਕ ਪਈ ਰਹੇਗੀ? ਕੋਈ ਲੈਣ ਵਾਲਾ ਹੀ ਨਹੀਂ, ਕੋਈ ਗ੍ਰਾਹਕ ਹੀ ਨਹੀਂ ਹੈ, ਕੀਮਤ ਵੀ ਗਿਰਦੀ ਜਾਏਗੀ। यकीन जानो आज धर्म जितना बेकीमत हो गया है, कोई चीज इतनी बेकीमत नहीं, ये भी मैं अर्ज करते हैं। हकीकत है, सच्चाई है, जबकि उस तो वडमुल्ला और कुछ भी नहीं है। वस्तु बहुत पई है, ग्राहकी नहीं है, कीमतां गिर जाणगियां, बिल्कुल ग्राहकी नहीं है। वो वस्तु एक दिन मार्केट तो ओझल हो जाएगी, आउट ऑफ मार्केट हो जाएगी, नहीं रह सकती। चर्च ते उन्हां दे दरवाजे ते बथेरे बंद हो गए ने, कईयां दे ते दीवा बत्ती भी नहीं होंदी, ये भी मैं अर्ज कर दिया। भारत विच भी बहुते मंदिरां दे सिर कल्ला पुजारी बैठा रहिंदा है। बड़ियां बड़ियां बिल्डिंगां गुरुद्वारियां दी मजाल है, अमृत वेले कोई एक मनुख गुरु नाल जुड़न दी उमंग रखदा होवे, तड़प रखदा होवे। हर चीज दी अपनी रुत है, हर चीज दा अपना समा है। नाम बीजण दा भी समा है, अमृत वेला सच नाम वडियाई विचार, वो ते खो गया।
ਕਲੱਬਾਂ ਦੀ ਰੌਣਕ ਵੱਧ ਗਈ, ਥੀਏਟਰਾਂ ਦੀ ਰੌਣਕ ਵੱਧ ਗਈ, ਵੇਸ਼ਿਆਲਿਆਂ ਦੀ ਰੌਣਕ ਵੱਧ ਗਈ, ਜੂਏ ਖਾਨਿਆਂ ਦੀ ਰੌਣਕ ਵੱਧ ਗਈ। ਰੱਬ ਦੀ ਨੇਤ ਅਤਕੀ ਦਾਸ ਦਾ 3 ਦਿਨ ਦਾ ਪ੍ਰੋਗਰਾਮ ਅਧੀਨੋਂ ਵਿੱਚ ਸੀ। ਮੈਂ ਪਹਿਲੀ ਦਫਾ ਗਿਆ। ਸਾਰਾ ਸ਼ਹਿਰ ਬੜਾ ਪੁਰ ਰੌਣਕ, ਬੜੀ ਲਾਈਟ, ਇੱਕ ਇੱਕ ਬਿਲਡਿੰਗ ਬੜੀ ਸਜੀ ਹੋਈ। ਰਾਤ ਦੇ ਵਕਤ ਪਹੁੰਚੇ, ਸੰਧਿਆ ਹੋ ਗਈ ਸੀ। ਜਿਹੜਾ ਸੱਜਣ ਲੈ ਜਾ ਰਿਹਾ ਸੀ, ਮੈਂ ਉਸ ਨੂੰ ਪੁੱਛਿਆ ਸੀ, ਹਰ ਬਿਲਡਿੰਗ ਦੇ ਅੰਦਰ ਕੋਈ ਖੁਸ਼ੀ ਹੋ ਰਹੀ ਹੈ, ਕੋਈ ਵਿਆਹ ਸ਼ਾਦੀ ਹੈ, ਇੰਨੀ ਸਜਾਵਟ? ਕਹਿੰਦਾ ਗਿਆਨੀ ਜੀ ਕਿਹੜੇ ਚੱਕਰ 'ਚ ਪਏ, ਸਭ ਜੂਏ ਖਾਨੇ ਨੇ। ਇਸ ਸ਼ਹਿਰ ਦੀਆਂ ਸਾਰੀਆਂ ਬਿਲਡਿੰਗਾਂ 'ਚ ਵੱਡੀਆਂ ਵੱਡੀਆਂ ਦੇਖਦੇ ਪਏ, ਸਜੀਆਂ ਹੋਈਆਂ ਸਭ ਜੂਏ ਖਾਨੇ ਨੇ। ਕਹਿਣ ਲੱਗੇ ਮਜਬੂਰੀ ਹੈ ਸਾਡੀ, ਸਾਨੂੰ ਵੀ ਇੱਕ ਬਿਲਡਿੰਗ ਮਿਲੀ ਹੈ ਨਾ ਜੂਏ ਖਾਨਿਆਂ ਦੇ ਵਿਚਕਾਰ ਹੀ ਮਿਲੀ ਹੈ, ਗੁਰਦੁਆਰਾ ਵੀ ਉੱਥੇ ਹੀ, ਜਿੱਥੇ ਤੁਹਾਨੂੰ ਲੈ ਜਾ ਰਹੇ ਹਾਂ। ਮਜਬੂਰੀ ਹੈ ਕਹਿੰਦੇ ਸਾਡੀ। ਇੰਨਾ ਸਜਿਆ ਹੋਇਆ ਸ਼ਹਿਰ ਅਮਰੀਕਾ ਦਾ ਮੈਂ ਪਹਿਲੀ ਦਫਾ ਦੇਖਿਆ। ਦੇਖੇ ਦੇ ਸ਼ਹਿਰ ਬੜਿਆ, ਇੰਨੀ ਸਜਾਵਟ, ਇਤਨਾ ਸ਼ਿੰਗਾਰਿਆ ਹੋਇਆ, ਸਭ ਜੂਏ ਖਾਨੇ, ਔਰ ਬੜੀ ਭੀੜ, ਬੜੀ ਭੀੜ। हैरानगी ਦੀ ਪਤਾ ਨਹੀਂ ਕਿਸ ਤਰ੍ਹਾਂ ਇੱਕ ਮਾਹੌਲ ਹੈ ਕਿ ਉਹਨਾਂ ਜੂਏ ਖਾਨਿਆਂ ਦੇ ਵਿਚਕਾਰ ਇੱਕ ਚਰਚ ਵੀ ਬਣਿਆ ਹੋਇਆ ਹੈ। ਦਰਵਾਜ਼ੇ ਬੰਦ ਪਏ, ਕਿਧਰੇ ਇਤਵਾਰ ਨੂੰ ਖੁੱਲਦਾ, ਇੱਕ ਦੋ ਬੰਦੇ ਭੁੱਲੇ ਬਿਸਰੇ ਚਲੇ ਜਾਂਦੇ ਹਨ। ਮਨੁੱਖ ਦੀ ਜ਼ਿੰਦਗੀ ਇਤਨੀ ਰਾਤ ਹੋ ਗਈ ਹੈ, ਰਾਤ ਨਾਲ ਸੰਬੰਧ ਜੁੜ ਰਿਹਾ, ਦਿਨ ਨਾਲ ਨਹੀਂ, ਅੰਮ੍ਰਿਤ ਵੇਲੇ ਨਾਲ। ਜੀਵਨ ਇਤਨਾ ਅੰਧਕਾਰਮਈ ਹੋ ਗਿਆ ਹੈ, ਮਨੁੱਖ ਖੁਦ ਰਾਤ ਹੋ ਗਿਆ ਹੈ, ਦਿਨ ਨਹੀਂ ਰਿਹਾ, ਪ੍ਰਕਾਸ਼ ਨਹੀਂ ਰਿਹਾ। ਜਿਨ੍ਹਾਂ ਦੀ ਜ਼ਿੰਦਗੀ ਉਜਵਲ ਸੀ, ਪ੍ਰਕਾਸ਼ਮਈ ਸੀ, ਉਹਨਾਂ ਦੀ ਆਤਮਾ ਚੋਂ ਧਰਮ ਮੰਦਰਾਂ ਦਾ ਜਨਮ ਹੋਇਆ ਹੈ, ਅੰਮ੍ਰਿਤ ਵੇਲੇ ਦਾ ਜਨਮ ਹੋਇਆ ਹੈ। ਸੰਖ, ਨਗਾਰੇ, ਘੜਿਆਲ, ਬਾਂਗ, ਪੂਜਾ ਪਾਠ ਦਾ ਜਨਮ ਹੋਇਆ ਹੈ। ਉਹਨਾਂ ਲੋਕਾਂ ਨੇ ਇਸ ਨੂੰ ਜਨਮ ਦਿੱਤਾ। ਪਰ ਸਹਿਜੇ ਸਹਿਜੇ ਦੂਜੀ ਤਾਦਾਦ ਵੱਧਦੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ। ਮੰਦਰ ਬੇਰੌਣਕ ਹੁੰਦੇ ਜਾ ਰਹੇ ਨੇ, ਜੂਏ ਖਾਨਿਆਂ ਦੀ ਰੌਣਕ ਵੱਧਦੀ ਜਾ ਰਹੀ, ਵੇਸ਼ਾਲਿਆਂ ਦੀ ਰੌਣਕ ਵੱਧਦੀ ਜਾ ਰਹੀ ਹੈ, ਕਲੱਬਾਂ ਥੀਏਟਰਾਂ ਦੀ ਰੌਣਕ ਵੱਧਦੀ ਜਾ ਰਹੀ। ਕਾਰਨ ਬਾਹਰ ਸਿਰਫ ਵੇਖਣਾ ਹੁੰਦਾ ਹੈ ਤੇ ਵੇਖ ਕੇ ਰਸ ਲੈਣਾ ਹੁੰਦਾ ਹੈ। ਧਰਮ ਬਾਰੇ ਇਹ ਹੈ ਕਿ ਅੱਖਾਂ ਮੀਟ ਤੇ ਧਿਆਨ ਅੰਦਰ ਲੈ ਜਾ। ਔਖਾ ਕੰਮ, ਔਖਾ ਕੰਮ। ਸਵਾਮੀ ਰਾਮਾਨੰਦ ਦਾ ਭਾਵੇਂ ਇੱਕੋ ਹੀ ਸ਼ਬਦ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ, ਬਸੰਤ ਰਾਗ ਦੇ ਵਿੱਚ, ਬੜਾ ਸਾਰਥਕ ਹੈ, ਬੜਾ ਕੀਮਤੀ ਹੈ। ਉਹ ਕਹਿੰਦੇ ਨੇ ਕਤ ਜਾਈਏ ਰੇ ਘਰ ਲਾਗੋ ਰੰਗ। ਕਿੱਥੇ ਜਾਵਾਂ ਮੈਂ, ਘਰ ਦੇ 'ਚ ਹੀ ਰੰਗ ਲੱਗ ਗਿਆ, ਭਟਕਣਾ ਮਿਟ ਗਿਆ। ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿਤ ਨਾ ਚਲਤ ਮਨ ਭਇਓ ਪੰਗ। ਯਾਦਾਂ ਜਦ ਬਾਹਰ ਚਲਨ ਤਾਂ ਮਨ ਭਟਕ ਰਿਹਾ ਹੈ, ਸੋਚਣੀ ਜਦ ਬਾਹਰ ਜਾਵੇ ਤਾਂ ਮਨ ਭਟਕ ਰਿਹਾ ਹੈ, ਵਿਚਾਰ ਜਦ ਬਾਹਰ ਮੁਖੀ ਹੋਵਨ ਤਾਂ ਮਨ ਬਾਹਰ ਭਟਕ ਰਿਹਾ ਹੈ। ਹਰ ਵਕਤ ਮਨ ਬਾਹਰ ਭਟਕਦਾ ਹੈ। ਕਿ ਬਾਹਰ ਕਿਸ ਤਰ੍ਹਾਂ ਭਟਕਦਾ ਹੈ? ਸਮੇਂ ਦੇ ਵਿੱਚ ਭਟਕਦਾ ਹੈ, ਵਕਤ ਦੇ ਵਿੱਚ ਭਟਕਦਾ ਹੈ, ਕਾਲ ਦੇ ਵਿੱਚ ਭਟਕਦਾ ਹੈ। ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ ਚਲੇ ਜਾਂਦਾ ਹੈ, ਆਉਣ ਵਾਲੇ ਸਮੇਂ ਦੀ ਚਿੰਤਾ ਦੇ ਚਲਾ ਜਾਂਦਾ ਹੈ। ਮਨੁੱਖ ਜਿੱਥੇ ਬੈਠਾ ਹੋਵੇਗਾ, ਹੈ ਮਨ ਅਕਾਲ ਦਾ ਹਿੱਸਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹੈ ਤੇ ਅਕਾਲ ਦਾ ਹਿੱਸਾ, ਭਟਕਦਾ ਕਾਲ ਦੇ ਚ ਹੈ। ਮਨ ਅਕਾਲ ਹੋ ਸਕਦਾ ਹੈ ਤੇ ਕਾਲ ਦਾ ਰੂਪ ਵੀ ਹੋ ਸਕਦਾ ਹੈ। ਅਗਰ ਕਾਲ ਦੇ ਚ
भटकदा रहा तो बार बार शरीर मिलता रहेगा। इसे नूं कहंदे ने आवागमन, बार बार जमदा रहेगा, मरदा रहेगा, जमदा रहेगा, ये बार बार वाहन इसनूं मिलेगा। जितने चिर तक मन अचेत है सिलसिला चलता रहेगा। हुणे कीर्तन दे एक पंक्ति आई सी, मिटियो अंधेर मिलत हर नानक, जन्म जन्म की सोई जागी। शरीर रात नूं सौ जांदा है, सवेरे जाग पैंदा है। ये मन ते कई जन्मां दा सुत्ता पिया, ये भी मैं पता नहीं कितने जन्मां दा। मिटियो अंधेर मिलत हर नानक, जन्म जन्म की सोई जागी। शरीर सवेरे घरों निकलिया, शाम नूं वापस आंदा है। ये मन ते अपने घर तो पता नहीं कितने जन्मां दा निकलिया, वापस जाना ही भुल गया। आवाज मारदे ने धन गुरु नानक, गुरु तेग बहादुर साहब जी महाराज, मेरे मन परदेसी वे प्यारे आओ घरे। किथे तक भटकेगा, किथे तक भटकेगा। जब कोई कहता है मेरा मन इत्थे नहीं टिकदा, ये तेरा घर ही नहीं है। किधरे भी मन टिकदा नहीं, क्योंकि मन का घर ही नहीं है। ये अपने घर ही टिक सकता है। कोई पदार्थ, कोई रंग रूप, कोई पसारा, कोई प्रभता मन का घर नहीं है। मन का घर प्रभु है। कोई पदार्थ मन का घर नहीं है। पदार्थ तन की लोड़ है। ते तन की लोड़ नूं जद मन अपनी लोड़ बना लैंदा ते इसे नूं लोभ कहंदे ने। इसे नूं लोभ कहंदे ने। पदार्थ ते तन की लोड़ सी, इसनूं इसने अपने मन की लोड़ बना लिया। बड़े ध्यान नाल सुनना। और मन का उसदे कोई रजेवा नहीं। हाँ, तन की तृप्ति हो सकती है। भोजन तन की लोड़ है, पर मन ने अपनी लोड़ बना रहा। बार बार याद आ रहा है, ऐ खा लवां, ओ खा लवां, ओ खा लवां। क्योंकि तन की लोड़ सी, भुख भी नहीं लगी कि मन याद करी जा रहा है तरह तरह के पकवानां नूं। मैं उस दिन भी अर्ज की सी, लोड़ां मनुख दियां सीमत ने। लोभ की कोई सीमा नहीं है, भुख की सीमा है, स्वाद की कोई सीमा नहीं है, कोई सीमा नहीं। तन दियां लोड़ां नूं जद मनुख मन अपनी लोड़ बना लैंदा है, उसे नूं वासना कहंदे ने। गुस्ताखी माफ, दो शब्द बर्दाश्त कर लेना। काम तन की लोड़ है, मन की नहीं। जद मन अपनी लोड़ बना लैंदा है, वासना बन जाता है। पदार्थ तन की लोड़ है, मन की नहीं। जद मन अपनी लोड़ बना लैंदा, इसनूं लोभ कहंदे ने। शक्ति, ताकत, प्रभता, ये बाहर की कोई सहूलतां वास्ते चाहिए होनी है तन। लेकिन जद मन अपनी लोड़ बना लैंदा है, ये हंकार बन जाता है, प्रबल हंकार बन जाता है। जो सिर्फ तन की लोड़ है, मन ने अपनी लोड़ बना लिया, कि जब प्राप्त हो जाता है मन की तृप्ति नहीं, तृप्ति नहीं। एक निर्धन ते निर्धन है, चोटी का धनवान भी निर्धन है। ये भी महर्ज करते हैं, इस चक्कर च ना पैना। बड़े बड़े राजे महाराजे जद भिक्षु बनते ने, या किसी भिक्षु के अगों हथ जोड़ के खड़े होंदे ने, उदों हैरानगी आउंदी, लै हैगे ते राजे महाराजे, ये करदे की पे। गुरु नानक इसका जिक्र भी करते हैं, रोवे राजे कन्न पड़ाए, घर घर मांगे बिखिया जाए। हैगे ते शहनशासन, लेकिन पता चलिया ते तन की लोड़ से में मन की लोड़ बनाई। पदार्थ तन की लोड़ ने, जब मन की लोड़ बना लईए, मन नहीं टिकता। किसी राज सिंघासन ते मन नहीं टिकता, तन नहीं बैठता। किसी पदार्थ विच मन नहीं टिकता, सिर्फ तन नहीं जुड़ता। ये भी महर्ज करें। किसी रूप विच मन नहीं बैठता, सिर्फ वक्त ही है, वक्त ही है। मन की लोड़ नहीं है। मन की लोड़ परमात्मा है, मन की लोड़ प्रभु है, प्रभुता नहीं है। मन की लोड़ राम है, काम नहीं है।
मन की लोड़ परमात्मा है, पदार्थ नहीं है। मनन की लोड़ प्रभु है, प्रभुता नहीं है। जब कोई प्रभुता नूं, पदार्थ नूं, काम नूं अपने मन की लोड़ बना लैंदा है, भटकना वध जांदी है, वध जांदी है, भटकना वध जांदी है। क्योंकि वो टिकदा नहीं, वो किधरे भी टिकदा नहीं। मन भटकदा है काल दे विच, समय दे विच, गुजरे हुए समय दियां यादां दे विच भटकदा है। मन नूं भटकण वास्ते कोई अस्थान नहीं चाहिदा, जगह नहीं चाहिदी। जगह चाहिदी है तन नूं, दौड़न भजन वास्ते, काम करन वास्ते अस्थान चाहिदा है तन नूं, मन नूं नहीं चाहिदा। मन ते 4 फुट की जगह च भी बंदा बैठा है, मन हजारां मील की वाट तय करेगा। वो समय च भटकदा है, वो वकत दे च भटकदा है। गुजरे हुए समय दियां यादां दे च भटकेगा। तुसी आखोगे क्यों भटकदा है, यादां दे च क्यों भटकदा है? कुछ मिलिया सी, बड़ी खुशी मिली सी मिल के, कुछ मन भावंदा मिलिया सी, बड़ी खुशी मिली, फिर बिछड़ गया, बड़ी चोट लगी, बड़ा दुख होया। यादां किस दियां होंदियां ने? दुख सुख दियां। जद मनुख कोई यादां दे च बैठा होवे, या सुखां नूं याद कर रहा होवेगा या दुखां नूं, और की याद करदा है, और की याद करदा है? बगौर मुताला कर लेना। आप सारे सियाणे बैठे हो। कुछ मिलिया सी, कुछ भी मिलिया सी, कोई पदार्थ मिलिया सी, मित्र मिलिया सी, पुत्र मिलिया सी, भरा मिलिया सी, कोई प्रभुता मिली सी, कुछ भी मिलिया सी, मिलके बड़ी खुशी हुई सी, याद आउंदी है, फिर बिछड़ गई। समय विच जो कुछ भी मिलता है बिछड़ता है, कुछ भी मिलता है। ये जीवन में मिले है बिछड़ेगा, जवानी मिली है बिछड़ेगी, बचपना मिलिया बिछड़ गया। मिलना बिछड़ना, मिलना बिछड़ना इस समय का सुभाव है, काल का सुभाव है। मिलिया सी, बड़ी खुशी मिली, याद आउंदी है, बिछड़ गया, बड़ी चोट लगी, बड़ा दुख होया, याद आउंदा है। यादां दुख सुख दियां होंदियां ते यादां दा संबंध गुजरे हुए समय नाल होंदा है। उंज समा इक्को ही है, कदी चक्कर च ना पैना कि समय दे कोई 3 रूप ने। मनुख करके समा दा ये विभाजन हो जाता है, वंड हो जाती है। भूत भविष्य वर्तमान असी कह देंगे, माजी हाल मुस्तकबिल असी कह देंगे। उंज समा एक है, परमात्मा की दुनिया समा एक है। मेरे करके कुछ जिहड़ा गुजरा होया समय है, वह मेरा भूतकाल है, आने वाला भविष्य है, जो सामने है वर्तमान है। ये मेरे करके, मैं नहीं हाँ तो समा तो इको ही है। उम्मीद है गल पकड़ दे चाह गई। समय दे कोई 3 रूप नहीं, मनुख करके 3 रूप हो जाते हैं। मेरा कुछ गुजरिया होया समा, मेरा कुछ आने वाला समा, उन समा इको है। मन चला जाता है गुजरे हुए समय दियां यादां दे विच, ते यादां दे विच की आउंदा है? दुख ते सुख। कदी दुखां नूं याद करदा, कदी सुखां नूं। फिर मन चला जाता है आने वाले समय। क्यों? आने वाले समय की चिंता है। हुण जो कुछ मिलिया होया है किधरे चला ना जाए, चिंता है। पहले तो इस तरह होया, जो मिलिया बिछड़िया, जो मिलिया बिछड़िया। बचपना मिलिया चला गया, जवानी मिली चली गई। जीवन विच मनुख नूं बहुत कुछ मिलता है और जाता है, पता नहीं कितना कुछ मिले और कितने मिले बिछड़े। बाबा फरीद अपने आप को इंज समझाते हैं, फरीदा किथे तैडे मां पिया, जे नहीं तू जणिया, कल ते तेरी मां है सी अज कोई नहीं। 5 साल ते पिता है सी अज कोई नहीं।
10 साल पहले मां है सी अज कोई नहीं। फरीदा किथे तेडे मापिया, जिन्नी तू जणिया तैं पासों लद गए तू अजे ना पतीणिया। मन भटकदा है गुजरे हुए समय दियां यादां विच। यादां दुख सुख दियां होंदियां। कुछ मिलिया सी, मिल के खुशी हुई सी, याद आउंदी है। विछड़ गया, विछड़ के चोट लगी, याद आउंदी है। मन चला जांदा है चिंता दे, भविष्य दी चिंता, आने वाले समय दी चिंता। हुण जो मिलिया होया है किधरे बिछड़ ना जाए, और हुण जो कुछ मैं चाहना किधरे ऐसा ना हो कि ना मिले, ना मिले। चिंता। जो कुछ मिलिया होया है किधरे ऐसा ना हो चला जाए, चिंता। जो कुछ मैं चाहना ऐसा ना हो किधरे ना मिले, चिंता। मन या ते गुजरे हुए समय दियां यादां दे चाहुंदा है, दुख सुख दे चाहुंदा है, या मन आने वाले समय दी चिंता दे चाहुंदा है। हुण जो कुछ है, हुण ये जीवन है, किधरे चला ना जाए। कबीर समझाते ने, पाड़ोसी के जो हुआ तू अपने भी जान। किहड़े चक्रां च पिया तू? जो पड़ोसी दे घर होया तेरे नाल भी होना है। किहड़े चक्रां च पिया तू? तू कितना भी अपने आप नूं समझा ले, पड़ोसी नाल होया मेरे नाल नहीं होना। ओदी अर्थी उठी है, मेरी नहीं उठेगी। वो बुढ़ा होया है, मैं नहीं होवांगा। कबीर कहंदे ने इस चक्कर च पै ही ना। पड़ोसी के जो हुआ तू अपने भी जान। कहंदे ने मन टिक गया है, मन भगवान दे टिक गया, समा मिट गया, काल मिट गया। इसे नूं टिकाऊ कहंदे ने। और मन किधरे भी नहीं टिकेगा, किधरे भी नहीं टिकेगा। ना परिवार दे टिकेगा, ना कारोबार दे टिकेगा, ना पदार्थां दे टिकेगा। कोई भी मनोरंजन होवे ओ उतने चिर तक ही मन का परछावा हो सकता है जितने चिर तक मन की दुनिया च वो पुराना नहीं होया। ते पुराने ते नवे का फासला कितना है पता है? जो नहीं देखिया नवा है, वेखदे ही पुराना हो गया। जो नहीं हंडाया नवा है, हंडांदे ही पुराना हो गया। जो नहीं सुनिया नवा है, सुनदे ही पुराना हो गया। नवे पुराने का कोई बहुत फासला नहीं है। ते मन नूं नित नवा चाहिए, पुराने नाल सहमत नहीं होता। चलो एक उदाहरण मैं दे दें। एक महान कवि होवे तो दी कविता बड़ी बुलंद पाया होवे, वो थानू एक दफा सुनावे, बड़ा रस आ गया। सारे कहंदे ने बड़ा रस आया, बड़ा आनंद आया। कविता च बड़ी जान सी, कविता च बड़ी गल सी। सारियां नू रस विभोर देख के जो कवि कह देवे, हुण मैं थानू दोबारा सुनाण लगा क्योंकि थानू रस आ रहा है, इस वास्ते हुण मैं थानू दोबारा सुनाण लगा। यकीन जानो अद्धा रस खो गया, खो गया, अद्धा खो गया। और वो कवि जरा ढीठ किस्म का होवे ते आखे हुण मैं थानू तिबारा सुनानी है, तीजी दफा। कई सोचणगे बंदा ठीक ठाक भी है कि नहीं। इंज कह लो 90% रस खो गया। ते जे ओ हुण आखे क्योंकि तुसी बड़े टिकाव नाल पै सुनदे, हुण मैं थानू चौथी दफा सुनाना, रस बिल्कुल खो गया। ते जे किधरे उसने कह दिता हुण मैं थानू पंजवीं दफा सुनाना है, सारियां ने कहना दीवारां नूं सुना सी चले, पागल लगदा किधरे, हद हो गई। पहले महाकवि ते महाकवि तो हुण पागल। महाकवि सी, कविता नवी प्रतीत हुई, 5 दफा सुनन नाल बिल्कुल पुरानी हो गई, बिल्कुल पुरानी, सब कुछ खो गया। संसार विच ऐसा कुछ भी नहीं जो पुराना ना हो। किधरे भी मन नहीं टिकता, किधरे भी नहीं टिकता। जो नहीं मिलिया नवा है, मिलदे ही पुराना हो जाता है।
ਜੋ ਨਹੀਂ ਵੇਖਿਆ ਨਵਾਂ ਹੈ, ਵੇਖਦਿਆਂ ਹੀ ਪੁਰਾਣਾ ਹੋ ਜਾਂਦਾ ਹੈ। ਜੋ ਨਹੀਂ ਸੁਣਿਆ ਨਵਾਂ ਹੈ, ਸੁਣਦਿਆਂ ਹੀ ਪੁਰਾਣਾ ਹੋ ਗਿਆ। ਮਨ ਨੂੰ ਨਿਤ ਨਵਾਂ ਚਾਹੀਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਇੱਕ ਹੈ ਕਦੇ ਪੁਰਾਣਾ ਨਹੀਂ ਹੁੰਦਾ, ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾ। ਭਗਤ ਕਹਿੰਦੇ ਨੇ, ਇੱਕ ਦਿਨ ਦੀ ਗੱਲ ਨਹੀਂ, ਇੱਕ ਸੈਕਿੰਡ ਪਹਿਲੇ ਜੋ ਰਸ ਆਇਆ ਹੈ, ਦੂਜੇ ਸੈਕਿੰਡ ਵਿੱਚ ਉਹ ਰਸ ਹੋ ਰਿਹਾ, ਤੀਜੇ ਸੈਕਿੰਡ ਵਿੱਚ ਰਸ ਹੋ ਰਿਹਾ, ਔਰ ਉਹ ਰਸ ਵੱਧਦਾ ਹੀ ਜਾ ਰਿਹਾ, ਵੱਧਦਾ ਹੀ ਜਾ ਰਿਹਾ, ਵੱਧਦਾ ਹੀ ਜਾ ਰਿਹਾ। ਉਹ ਸਾਹਿਬ ਨਿਤ ਨਵਾਂ ਹੈ, ਨਿਤ ਨਵਾਂ ਹੈ। ਕਿਸੇ ਵੀ ਕਵਿਤਾ ਨੂੰ, ਸੰਗੀਤ ਦੀ ਧੁਨ ਨੂੰ ਪਹਿਲੇ ਸੁਣਦਿਆਂ ਜੋ ਰਸ ਹੋਵੇਗਾ, ਬਾਰ-ਬਾਰ ਸੁਣਨ ਨਾਲ ਰਸ ਹੋ ਜਾਏਗਾ, ਪਰ ਬਾਰ-ਬਾਰ ਜਪਦਿਆਂ ਹੀ ਰਸ ਵੱਧਦਾ ਜਾ ਰਿਹਾ, ਵੱਧਦਾ ਜਾ ਰਿਹਾ। ਕਿਉਂ? ਉਹ ਸਾਹਿਬ ਨਿਤ ਨਵਾਂ ਹੈ। ਸਾਹਿਬ ਮੇਰਾ ਨੀਤ ਨਵਾਂ, ਕਿਉਂਕਿ ਸਾਹਿਬ ਪਦਾਰਥ ਨਹੀਂ ਹੈ, ਪਰਮਾਤਮਾ ਹੈ, ਨਿਤ ਨਵਾਂ ਹੈ। ਸਤ ਪਰਮੇਸ਼ਰ ਨਿਤ ਨਵਾਂ। ਜੋ ਪੁਰਾਣਾ ਹੋ ਜਾਂਦਾ, ਇਸ ਦਾ ਤੇ ਬੋਧ ਹੈ ਥੋੜਾ ਬਹੁਤ। ਕੁਝ ਚੋਟੀ ਦੇ ਮਹਾਨ ਸ਼ਾਇਰਾਂ ਨੇ ਖੁਦਕਸ਼ੀ ਵੀ ਕਰ ਲਈ, ਜੈਸੇ ਨੰਦ ਲਾਲ ਨੂਰਪੁਰੀ ਨੇ। 3 ਸਾਲ ਪਹਿਲੇ ਪਿਆਰਾ ਸਿੰਘ ਰੋਸ਼ਨ ਨੇ, ਮੈਨੂੰ ਕਈਆਂ ਨੇ ਆ ਕੇ ਗਿਲਾ ਕੀਤਾ, ਕਿਉਂਕਿ 10-15 ਸਾਲ ਤੋਂ ਮੇਰੇ ਨਾਲ ਚੱਲਦਾ ਸੀ। ਅੰਮ੍ਰਿਤਸਰ ਦਾ ਵਾਸੀ, ਬੜਾ ਵੱਡਾ ਚਿੱਤਰਕਾਰ, ਬੜਾ ਮਹਾਨ ਕਵੀ, ਕਵੀ ਦਰਬਾਰਾਂ ਦੀ ਰੌਣਕ ਸਾਰੇ ਸਮਝਦੇ ਸਨ। ਦਰਬਾਰ ਸਾਹਿਬ ਦੇ ਨੇੜੇ ਰਹਿੰਦਾ ਸੀ। ਜਿਸ ਦਿਨ ਮੈਂ ਅੰਮ੍ਰਿਤਸਰ ਪਹੁੰਚਦਾ ਸੀ, ਕਿਉਂਕਿ ਧੰਨ ਗੁਰੂ ਰਾਮਦਾਸ ਜੀ ਦੇ ਪੁਰਬ ਤੋਂ ਲੈ ਕੇ ਦੀਵਾਲੀ ਤੱਕ ਉੱਥੇ ਹਾਜ਼ਰੀ ਭਰਦਾ ਹੈ, ਬਸ ਪਹਿਲੇ ਖੜਾ ਇਹ ਮਿਲਦਾ ਸੀ ਮੈਨੂੰ। ਗੱਲ ਨਾਲ ਮੈਨੂੰ ਪਹਿਲੇ ਇਹ ਲਾਂਦਾ ਸੀ। ਲੇਕਿਨ 3 ਸਾਲ ਪੁਰਾਣੀ ਗੱਲ ਮੈਂ ਕਰਾਂ, ਜਦ ਮੈਂ ਪਹੁੰਚਿਆ, ਮੈਂ ਕਿਹਾ ਹੱਦ ਹੋ ਗਈ। ਪਿਆਰਾ ਸਿੰਘ ਜੀ ਰੋਸ਼ਨ ਇਹ ਨਹੀਂ ਦਿਖਾਈ ਦਿੱਤੇ, ਬਾਕੀ ਤੇ ਮਿਲੇ। ਦੂਜੇ ਦਿਨ ਵੀ ਜਦ ਮਿਲਣਾ ਨਾ ਹੋਇਆ, ਕਿਉਂਕਿ ਦੂਜੇ ਦਿਨ ਕਵੀ ਦਰਬਾਰ ਸੀ। ਸ਼ਾਇਦ ਆਪ ਨੂੰ ਪਤਾ ਹੋਵੇ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਪੁਰਬ ਤੇ ਬਹੁਤ ਵੱਡਾ ਰਾਗ ਦਰਬਾਰ ਹੁੰਦਾ ਹੈ। ਜਿਸ ਰਾਗ ਦੇ ਸ਼ਬਦ ਦਾ ਉਚਾਰਨ ਹੈ ਗੁਰੂ ਰਾਮਦਾਸ ਜੀ ਦਾ, ਉਸੇ ਰਾਗ ਦੇ ਗਾਣਾ ਹੁੰਦਾ ਹੈ। 30-35 ਜਥੇ ਪਹੁੰਚਦੇ ਨੇ, ਬੜੀ ਸੰਗਤ ਆਉਂਦੀ ਹੈ ਦੂਰ ਦੂਰ ਤੋਂ, ਸ਼ਹਿਰਾਂ ਤੋਂ। ਪਰ ਦੂਜੇ ਦਿਨ ਕਵੀ ਦਰਬਾਰ ਆਉਂਦਾ ਹੈ, 30-35 ਕਵੀ ਵੀ ਪਹੁੰਚਦੇ ਨੇ ਚੋਟੀ ਦੇ। ਮੈਂ ਦੇਖ ਕੇ ਦੰਗ ਰਹਿ ਗਿਆ, ਉਹਨਾਂ ਕਵੀਆਂ 'ਚ ਰੋਸ਼ਨ ਕੋਈ ਨਹੀਂ ਸੀ। ਨਿਰਵੈਰ ਇੱਕ ਕਵੀ ਦਿੱਲੀ ਦਾ, ਮੈਂ ਉਹਨੂੰ ਪੁੱਛ ਲਿਆ, ਮੈਂ ਕਿਹਾ ਤੁਹਾਡਾ ਮਿੱਤਰ ਕਿੱਥੇ ਹੈ? ਕਹਿੰਦਾ ਮਿੱਤਰ ਤੇ ਤੁਹਾਡਾ ਸੀ, ਤੁਹਾਨੂੰ ਨਹੀਂ ਪਤਾ। ਉਹਨੇ ਆਪਣੇ ਮਕਾਨ ਦੀ 4ਥੀ ਮੰਜ਼ਿਲ ਤੋਂ ਗਿਰ ਕੇ ਖੁਦਕਸ਼ੀ ਕੀਤੀ, ਸਰੀਰ ਦੇ ਟੁਕੜੇ ਟੁਕੜੇ ਹੋ ਗਏ। ਮੈਂ ਕਿਹਾ ਐਸਾ ਕਰੇਗਾ? ਮੈਂ ਕਿਹਾ ਕੁਝ ਦਿਨਾਂ ਤੋਂ ਮੈਨੂੰ ਕਹਿੰਦਾ ਸੀ ਜ਼ਿੰਦਗੀ ਦੀ ਰਿਪੀਟੇਸ਼ਨ ਹੈ, ਕੁਝ ਵੀ ਨਹੀਂ, ਪੁਨਰੁਕਤੀ ਹੈ। ਜਿਵੇਂ ਬਾਰ-ਬਾਰ ਸਵਾਸ ਲੈ ਰਹੇ ਹਾਂ, ਬਾਰ-ਬਾਰ ਖਾਈ ਜਾਓ, ਸਵੇਰੇ ਖਾ ਲਓ, ਸ਼ਾਮੀ ਖਾ ਲਓ, ਬਾਰ-ਬਾਰ ਪੀ ਜਾਓ, ਬਾਰ-ਬਾਰ ਸੌਣਾ ਹੈ, ਬਾਰ-ਬਾਰ ਉਹੀ ਗੱਲਾਂ। ਮੈਨੂੰ ਕਹਿੰਦਾ ਸੀ ਮਸਕੀਨ ਜੀ, ਮੈਂ ਉਕਤਾ ਗਿਆ, ਇਹ ਪੁਨਰੁਕਤੀ ਹੁਣ ਮੈਨੂੰ ਨਹੀਂ ਚੰਗੀ ਲੱਗਦੀ, ਇਹ ਰਿਪੀਟੇਸ਼ਨ ਹੁਣ ਮੈਨੂੰ ਨਹੀਂ ਚੰਗੀ ਲੱਗਦੀ, ਮੈਂ ਕਿੱਥੇ ਤੱਕ ਰਿਪੀਟ ਕਰਾਂ? ਸਵੇਰੇ ਖਾ ਲਵਾਂ, ਸ਼ਾਮੀ ਫਿਰ ਖਾ ਲਵਾਂ, ਸੋ ਜਾਵਾਂ, ਫਿਰ ਜਾਗ ਪਾਵਾਂ, ਫਿਰ ਸੋ ਜਾਵਾਂ, ਇੱਥੇ ਉਹੀ ਕੁਝ ਕਰ ਰਹੇ ਹਾਂ, ਉਹੀ ਕੁਝ ਕਰ ਰਹੇ ਹਾਂ। ਗਾਲਬਨ 60 ਸਾਲ ਦਾ ਸੀ, ਛੋਟੀ ਉਮਰ ਵੀ ਨਹੀਂ ਸੀ, ਪਰ ਲੱਗਦਾ 60 ਦਾ ਨਹੀਂ ਸੀ, ਇੰਜ ਲੱਗਦਾ ਸੀ ਜਿਵੇਂ 40 ਦਾ ਹੋਵੇ। ਸਿਹਤ ਅੱਛੀ ਸੀ, ਤਗੜਾ ਸੀ। ਕਹਿੰਦਾ ਸੀ ਮੈਂ ਇਸ ਰੈਪੀਟੇਸ਼ਨ ਵਿੱਚ ਨਹੀਂ ਜੀਵਣਾ, ਇਸ ਪੁਨਰੁਕਤੀ ਵਿੱਚ ਨਹੀਂ ਜੀਵਣਾ। ਮੈਂ ਕਿਹਾ ਠੀਕ ਹੈ, ਕਵੀ ਜਿਹੜੇ ਹੁੰਦੇ ਨੇ, ਸ਼ਾਇਰ ਲੋਕ ਹੁੰਦੇ ਨੇ, ਆਖਰ ਬੇਚੈਨ ਤੇ ਹੁੰਦੇ ਨੇ, ਕਿਉਂਕਿ ਬਹੁਤ ਗਹਿਰਾਈ ਨਾਲ ਦੇਖਦੇ ਨੇ ਹਰ ਚੀਜ਼ ਨੂੰ, ਔਰ ਹਰ ਚੀਜ਼ ਜਦ ਬੇਮੈਨੀ ਹੋ ਜਾਂਦੀ ਹੈ, ਉਦਾਸ ਹੋ ਜਾਂਦੇ ਨੇ। ਮੈਂ ਕਿ ਸ਼ਾਇਰਾਂ ਦਾ ਸੁਭਾਅ ਹੁੰਦਾ ਹੈ,
ਕਵੀਆਂ ਦਾ ਸੁਭਾਅ ਹੁੰਦਾ ਹੈ, ਮੈਂ ਕਦੀ ਸੁਪਨੇ 'ਚ ਵੀ ਸੋਚ ਨਹੀਂ ਸਕਦਾ ਸੀ ਕਿ ਉਹਨੇ ਖੁਦਕਸ਼ੀ ਕਰ ਦੇਣੀ। ਕਦੀ ਇਸ ਤਰੀਕੇ ਨਾਲ ਆંકੜੇ ਇਕੱਠੇ ਕਰੋਗੇ, ਦੁਨੀਆ ਦੇ ਬੜੇ ਬੜੇ ਚਿੰਤਕ, ਦਾਰਸ਼ਨਿਕ, ਫਿਲਾਸਫਰ, ਕਵੀ, ਕਮ ਸੇ ਕਮ 10% ਨੇ ਖੁਦਕਸ਼ੀ ਕੀਤੀ, ਆਤਮ ਹੱਤਿਆ ਕੀਤੀ। हैरानगी आती है, ऐसा क्यों? वो कहते हैं बार बार ओही कुछ मन इत्थे नहीं टिकता। रायपुर कवि दरबार सी ते मैं कहा चलो रोशन जी, कहने लगे हुण कवि दरबारां च भी जाण नूं मन नहीं करता। ओही संगत, ओही कवितावां, ਉਹੀ ਮਾਹੌਲ, ਉਹੀ ਲੋਕਾਂ ਦੀ ਵਾਹ-ਵਾਹ, ਉਹੀ ਲੋਕਾਂ ਦਾ ਕਹਿਣਾ ਰੋਸ਼ਨ ਜੀ ਕਮਾਲ ਕੀਤਾ, ਕਮਾਲ ਕੀਤਾ, ਕਮਾਲ ਕੀਤਾ। ਕਹਿੰਦਾ ਸੁਣ ਸੁਣ ਕੇ ਮੈਂ ਤੰਗ ਆ ਗਿਆ। ਉਹੀ ਕੁਛ ਨਵੀਨਤਾ ਨਹੀਂ ਹੈ। ਕੁਝ ਦਿਨਾਂ ਤੋਂ ਉਦਾਸ ਮੈਂ ਉਸ ਨੂੰ ਜ਼ਰੂਰ ਦੇਖਿਆ ਸੀ, ਪਰ ਇਹ ਮੈਂ ਸੋਚ ਹੀ ਨਹੀਂ ਸਕਦਾ ਸੀ ਕਿ ਖੁਦਕਸ਼ੀ। ਹਕੀਮ ਮੋਮਨ ਖਾਨ ਮੋਮਨ ਬਹਾਦਰ ਸ਼ਾਹ ਦੇ ਦਰਬਾਰੀ ਸ਼ਾਇਰਾਂ ਵਿੱਚੋਂ ਇੱਕ ਨਾਮਵਰ ਚੋਟੀ ਦਾ ਸ਼ਾਇਰ। एक मरने पे ही हो जिसकी उम्मीद, ना उम्मीदी उसकी देखा चाहिए। कहता मेरी मायूसी देखो, ਆਪਾਂ ਤੇ फैसला करी बैठे हाँ खुदकशी करनी है। एक मरने पे ही हो जिसकी उम्मीद, ना उम्मीदी उसकी देखा चाहिए। पर बात विच संभालदा हकीम सी, सियाणा सी, बुजुर्ग सी। अब तो घबरा के ये कहते हैं कि मर जाएंगे, पर मर के भी चैन न पाया तो किधर जाएंगे। कहंदा फिर किथे जावांगा। हकीम मोमन खान मोमन उस वक्त इस्लामी जगत दा चोटी दा कुरान शरीफ दा वक्त, बड़ा बुलंद पाया शायर, और जिन्हों बहादुर शाह जफर वक्त दा ये बादशाह हिंदुस्तान दा उस्ताद जी करके बुलांदा सी, हजरत करके बुलांदा सी, झुक के सलाम करदा सी उस भाई बुजुर्ग है, सियाणा है, उस्ताद है। कहते अब तो घबरा के ये कहते हैं कि मर जाएंगे, मर के भी चैन न पाया तो किधर जाएंगे। कहता मन किधरे भी नहीं टिकता, किधरे भी नहीं टिकता। समा हो गया। स्वामी रामानंदा बोल कहते ने कत जाइए रे, मन किथे जाए, घर लागो रंग लग गया। मेरा चित न चलत मन भयो पंग, मन पिंगला हो गया, मन दे पैर ही टुट गए, गल खत्म। भूतकाल दियां यादां खत्म, भविष्य दी चिंता खत्म, पैर ही टुट गए। मेरा चित न चलत मन भयो पंग, एक दिवस मन भई उमंग। घस चंदा चंदन छोआ बहुत सुगंध, पूजन चाली ब्रह्म ठाए, सो ब्रह्म बतायो गुर मन ही माए। जिस ब्रह्म नूं लोकी तीर्थां ते लभदे ने, मंदिरां च लभदे ने, मंदिर मस्जिद गुरुद्वारियां च लभदे ने, कहंदे ने मैं अपने अंदर लभ लिया। यही गुरु अमरदास जी कहंदे ने, इस मन को कोई खोजो भाई, मन खोजत नाम नौ निध पाई। नौ निध अमृत प्रभ का नाम, देही में इसका विश्राम। मंदिर गया होया उसे दा सफल, जिसने जीवन नूं हरि मंदिर बना लिया। मस्जिद विच गया होया उसे दा सफल, जिहदी जिंदगी ही खाना खुदा बन गई। और गुरुद्वारे गया होया उसे दा सफल, जिसने अपने आप नूं गुरु दा रूप बना लिया, ते गुरु मान नाल कह दे मेरा अपना ही रूप है। खालसा मेरो रूप है खास, खालसे मैं हूं करो निवास। कत जाइए रे घल रागो रंग। गालिब इसनों इंज बयान करता है, मेरे टूटे हुए पाए तलब का मुझ पे ऐसा है, तुम्हारे दर से अब उठकर कहीं जाया नहीं जाता। मोहब्बत असल में मखमूर वो राज़े हकीकत है, समझ में आ गया है फिर भी समझाया नहीं जाता।
कहंदा टुटे पैरां दा बड़ा एहसान है, आपां टिक गए, भटकना मिट गए। गल समझ च आ गई है, पर मैं हुण समझा नहीं सकदा। दुनिया दे सारे संत भगतां ने कह दिता है, अकथ है, जे हो जाना, जे मैं जान भी लिया आखा नाई, कहना नहीं। क्यों? कहना कथन ना जाए, कथनी च नहीं आउंदा। क्या हो कथी कथे कथ देखा, मैं अकथ ना कथना जाए। जिन्हां इस अगम्मी दुनिया नूं प्राप्त कीता, उस दा कोई प्रत्यक्ष सबूत ना दे सके, और है भी नहीं। प्रत्यक्ष सबूत सीमत दा हुंदा, असीम दा नहीं हुंदा। जिन्हां ने उस अगम्मी दुनिया की झलक दा आनंद माणिया, वो कोई प्रत्यक्ष सबूत दे ना सके। ते जिन्हां नूं इस अगम्मी दुनिया की झलक ना मिली, वो बड़े प्रबल झूठे सबूत इकट्ठे करके धुआंधार तकरीरां दे राही नास्तिकता नूं जन्म दे गए। मैं एक दफा फिर दोहरावां ते समाप्ति करां। कार्ल मार्क्स दे विचारां तो वक्ती तौर ते अद्धी दुनिया प्रभावित हो गई सी। चाइना, टैंजानिया, कोरिया, लाओस, कंबोडिया, चेकोस्लोवाकिया, बल्गारिया, पोलैंड, अद्धा जर्मनी, पूरा रशिया, ये सारा उस तो प्रभावित हो गया सी। इतनी दुनिया किसी वड्डे तो वड्डे पैगंबर तो भी प्रभावित नहीं हुई, क्योंकि पैगंबरां दी गल अंतर्मुखी है, ओदी गल सिर्फ बाहरमुखी सी। और जद कदी कोई मनुख पूर्ण तौर ते अंतर्मुखी हो जाता है, वही भगत है। ते भगती दी जो रूपरेखा धन गुरु ग्रंथ साहिब जी महाराज दी बाणी चित्र दी मैं फिर कल तुहाडे सामने रखने की कोशिश करांगा। समा हो गया। साहिब रहमत करन, बख्शिश करन, सानू उस अगम्य अवस्था की झलक देन, जिस झलक दा धन गुरु नानक देव जी महाराज दी बाणी जिक्र कर दिए। हुण आप गुरबाणी दा एक शब्द कीर्तन दे राही सरवण करो। आनंद साहिब दा पाठ, भुल चुक दी क्षमा। वाहिगुरू जी का खालसा, वाहिगुरू।